गौड़ी पानी मैला माटी गोरी, इस माटी की पुत्री जोरी। मैं नाही किछ आहे न मोरा, सब तन सब रस गोबिंद तोरा रहा। इस माटी में पवन समाया, झूठा परपंच जोर चलाया। किन्हों लाग पांच की जोरी, अंत की बार अंत की बार गगरिया फोरी। कह कबीर एक नीव उसारी, खिन में बिन सजाए अहंकारी। हाँ आया दूरों चल के, मैं तकी तो शरनाए जियो। मैं आशा रखी चित में, मेरा सबो दुख गवाए जियो। जो हमरी विनोती मेरे सतगुरा, सब तुम जानो हरि अपे। हाँ मुरदे फिरदे कोई बात ना पूछता, हम रुलते फिरते कोई बात ना पूछता। गुर सतगुर संग कीरे, हम थपे। तन तन गुरु नानक जन केरा, जित मिलिया चूके सब सोग संतापे। ज़ाहरा ज़हूर हाजरा हजूर, सर्व कला भरपूर समर्थ गुरु। लोग परलोक दे रखियक भगत वशल, ज्ञान दे सागर सतगुरां दी भगतां दी भट्टां दी सिखां दी बाणी। जोत ਸਰੂਪ श्री गुरु ग्रंथ साहिब महाराज जी की पावन पवित्र गोद हजूरी दे विच गुर शब्द दे नाल जुड़ बैठी जुड़ रही साध संगत जी वडभागे हाँ। सतगुरु जी ने अपार बख्शिश मेहर दया रहमत की है। अमृत वेला सच नाम वडियाई विचार, करमी आवे कपड़ा। नदरी मोख द्वार दे महावाक अनुसार अपने जीवन दियां ये अनमोल घड़ियां अनमोल सवास जिहड़ा है वो लिखे दे विच लाउण दे लई असी सब गुरु दी गोद दे विच सो बैठे होए हाँ। इस करके असी धनता दे योग हाँ, वडभागे हाँ। गुरु महाराज जी ने अपार मेहर बख्शिश की है। सो आओ गुरु दी बख्शिश जो है असी शब्द गुरबाणी दे नाल प्राप्त करते हाँ। गुरु दी बख्शिश उदों होंदी है जदों गुरु दा शब्द साडी रसना ते साडे हिरदे विच वसदा।
ਜਦੋਂ ਗੁਰੂ ਦਾ ਸ਼ਬਦ ਸਾਡੀ ਰਸਨਾ ਦੇ ਆਉਂਦਾ, ਸਾਡੇ ਹਿਰਦੇ ਵਿੱਚ ਵਸਦਾ, ਤੇ ਫਿਰ ਸਾਧ ਸੰਗਤ ਜੀ ਸਤਿਗੁਰ ਜੀ ਦੇ ਦਰਸ਼ਨ, ਸਤਿਗੁਰ ਜੀ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਮਤਲਬ ਵੀ ਜਦੋਂ ਤੱਕ ਯਾਦ ਹੈ ਉਦੋਂ ਤੱਕ ਮਨੁੱਖ ਆਪਣੇ ਰੱਬ, ਆਪਣੇ ਗੁਰੂ ਦੀ ਬਖਸ਼ਿਸ਼ ਕਿਰਪਾ ਨੂੰ ਪ੍ਰਾਪਤ ਕਰ ਸਕਦਾ ਹੈ। ਜੇ ਮਨੁੱਖ ਦੇ ਕੋਲ ਬਾਣੀ ਤੇ ਬਾਣਾ ਹੈ, ਸਤਿਗੁਰ ਦੀ ਬਖਸ਼ਿਸ਼ ਪ੍ਰਾਪਤ ਕਰ ਸਕਦਾ ਹੈ। ਸੋ ਜਿਹੜੇ ਸਾਡੇ ਕਰਮ ਹੁੰਦੇ ਨੇ ਉਹਨਾਂ ਦੇ ਫਲ ਤੇ ਸਾਨੂੰ ਮਿਲ ਹੀ ਜਾਣੇ ਨੇ। ਕੋਈ ਚੰਗਾ ਕੀਤਾ ਚੰਗਾ, ਦਾਨ ਪੁੰਨ ਕੀਤਾ ਉਸ ਦਾ ਕਰਮ ਦਾ ਫਲ ਮਿਲ ਹੀ ਜਾਣਾ। ਪਰ ਜਿਹੜੀ ਸਤਿਗੁਰੂ ਜੀ ਦੀ ਪੂਰਨ ਬਖਸ਼ਿਸ਼ ਹੈ, ਇਹ ਸਤਿਗੁਰੂ ਜੀ ਦੇ ਨਾਲ ਜੁੜ ਕੇ ਹੀ ਮਿਲਦੀ ਹੈ। ਇਹ ਬਹੁਤ ਸਮੇਂ ਜਾਂ ਬਹੁਤ ਚਿਰਾਂ ਦੇ ਬਾਅਦ ਇਹ ਬਖਸ਼ਿਸ਼ ਮਿਲਦੀ ਹੈ। ਜਿਸ ਨੂੰ ਮਿਲਦੀ ਹੈ ਉਹਨਾਂ ਲਈ ਬਾਣੀ ਵਿੱਚ ਲਿਖਿਆ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ ਤੇ ਮਿਹਰ ਬਖਸ਼ਿਸ਼ ਹੁੰਦੀ ਹੈ ਜਾਂ ਹੋ ਜਾਂਦੀ ਹੈ, ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਨੇ ਵੀ ਉਹ ਨਿਹਾਲ ਹੋ ਜਾਂਦੇ ਨੇ, ਪ੍ਰਸੰਨ ਹੋ ਜਾਂਦੇ ਨੇ, ਆਨੰਦਿਤ ਹੋ ਜਾਂਦੇ ਨੇ, ਖੁਸ਼ ਹੋ ਜਾਂਦੇ ਹਨ ਸਦਾ ਲਈ, ਸਦੀ ਵੀ। ਸੋ ਇਸ ਕਰਕੇ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਹਨ, ਦੁੱਖ ਹਨ, ਚਿੰਤਾਵਾਂ ਹਨ। ਇਹ ਸਾਰੀਆਂ ਹੀ ਦੂਰ ਉਸ ਦੀਆਂ ਹੋਣੀਆਂ ਨੇ ਜਿਨ੍ਹਾਂ ਦੇ ਉੱਪਰ ਗੁਰੂ ਦੀ ਬਖਸ਼ਿਸ਼ ਪੂਰਨ ਹੋਏ। ਪੂਰੇ ਦੀ ਬਖਸ਼ਿਸ਼ ਪ੍ਰਾਪਤ ਕਰਨ ਦੇ ਲਈ ਪੂਰੇ ਦੇ ਨਾਲ ਜੁੜਨਾ ਪੈਂਦਾ। ਕੱਲ੍ਹ ਵੀ ਸਰਵਣ ਕੀਤਾ, ਪੂਰੇ ਦੇ ਬਚਨ ਮੰਨਣੇ ਪੈਂਦੇ ਨੇ, ਪੂਰੇ ਨੂੰ ਫੋਲੋ ਕਰਨਾ ਪੈਂਦਾ ਤੇ ਪੂਰੇ ਤੇ ਪੂਰਨ ਭਰੋਸਾ ਰੱਖਣਾ ਪੈਂਦਾ। ਤਾਂ ਮਹਾਰਾਜ ਜੀ ਕਹਿੰਦੇ ਹੌਲੀ ਹੌਲੀ ਤੇਰੀ ਭਾਵਨਾ ਜਿਹੜੀ ਹੈ ਉਹ ਪੂਰੀ ਹੋ ਜਾਏਗੀ, ਹੋ ਸਕਦੀ ਹੈ। ਸੋ ਅਸੀਂ ਸਾਰੇ ਇਸੇ ਹੀ ਭਾਵਨਾ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਵੀ ਮਹਾਰਾਜ ਜੀ ਆ ਕਰਿਓ, ਆ ਕਰਿਓ, ਆ ਕਰਿਓ, ਮਤਲਬ ਭਲਾ ਕਰਿਓ, ਚੰਗਾ ਕਰਿਓ। ਜੇ ਮਹਾਰਾਜ ਜੀ ਦੇ ਕੋਲ ਸਾਡੀ ਆਵਾਜ਼ ਪਹੁੰਚੇਗੀ ਤਾਂ ਹੀ ਇਹ ਚੀਜ਼ ਆਖਣ ਦਾ ਫਾਇਦਾ। ਤੇ ਜੇਕਰ ਸਾਧ ਸੰਗਤ ਜੀ ਅਸੀਂ ਗੁਰੂ ਨੂੰ ਫੋਲੋ ਨਾ ਕੀਤਾ, ਗੁਰੂ ਦੇ ਬਚਨ ਬਾਣੀ ਨੂੰ ਨਾ ਮੰਨਿਆ, ਤੇ ਫਿਰ ਜਿਹੜੀ ਮਿਹਰ ਬਖਸ਼ਿਸ਼ ਜਿਹੜੀ ਹੈ ਉਹ ਹੋ ਨਹੀਂ ਸਕਦੀ। ਬਾਣੀ ਦੇ ਵਿੱਚ ਵਾਰ-ਵਾਰ ਆਉਂਦਾ ਵੀ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਜ਼ ਕਲਮ ਨਾਲ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ। ਦੇਖ ਲਓ, ਇਹ 4 ਪੌੜੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਪ੍ਰਾਪਤ ਕਰਨ ਦੇ ਲਈ ਕੀ ਜੁਗਤੀ ਦੱਸੀ ਹੈ? ਮੰਨਣ ਦੀ। ਵੀ ਮਤਲਬ ਸੁਣਿਆ, ਮੰਨਿਆ, ਮਨ ਕੀਤਾ ਭਾਵ। ਪਹਿਲਾਂ ਸੁਣਿਆ ਜਾਏ ਸੱਚ ਦੇ ਉਪਦੇਸ਼ ਨੂੰ, ਫਿਰ ਸੱਚ ਦੇ ਉਪਦੇਸ਼ ਨੂੰ ਵਿਚਾਰ ਕੇ ਮੰਨਿਆ ਜਾਏ। ਵਿਚਾਰ ਕੇ ਮੰਨਣ ਵਾਲੇ ਦੇ ਜੀਵਨ ਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਆਉਂਦੀ ਹੈ। ਉਹ ਤਬਦੀਲੀ ਜਿਹੜੀ ਹੈ ਉਹ ਸਮਾਜ ਨੂੰ ਜਗਾ ਦਿੰਦੀ ਹੈ, ਸਮਾਜ ਨੂੰ ਸੇਧ ਦੇ ਦਿੰਦੀ ਹੈ, ਸਮਾਜ ਨੂੰ ਤਾਰ ਦਿੰਦੀ ਹੈ, ਦੇਸ਼ ਕੌਮ ਦਾ ਭਲਾ ਕਰ ਦਿੰਦੀ ਹੈ। ਸੋ ਆਓ ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ, ਦਇਆ ਕਰਨ। ਧੰਨ ਧੰਨ ਭਗਤ ਕਬੀਰ ਜੀ ਮਹਾਰਾਜ ਜੀ, ਜਿਨ੍ਹਾਂ ਦਾ ਪਾਵਨ ਪਵਿੱਤਰ ਸ਼ਬਦ ਅਸੀਂ ਸਰਵਣ ਕਰ ਲਿਆ ਹੈ। ਆਓ ਸ਼ਬਦ ਦੀ ਵਿਚਾਰ ਹੈ ਵੀ ਸ਼ਬਦ ਵਿੱਚ ਸਾਨੂੰ ਕੀ ਗਿਆਨ ਦੇ ਰਹੇ ਨੇ ਭਗਤ ਜੀ, ਸਾਨੂੰ ਕੀ ਸਿੱਖਿਆ ਦੇ ਰਹੇ ਹਨ, ਸਾਨੂੰ ਕੀ ਛੱਡਣ ਨੂੰ ਕਹਿ ਰਹੇ ਹਨ, ਸਾਨੂੰ ਕੀ ਮੰਨਣ ਨੂੰ ਕਹਿ ਰਹੇ ਹਨ। ਇਹ ਸਾਰੀ ਚੀਜ਼ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਹੀ ਇਹ ਪਤਾ ਚੱਲਦਾ ਹੈ ਜਾਂ ਸਾਨੂੰ ਹਾਸਲ ਹੁੰਦੀ। ਸੋ ਸ਼ਬਦ ਅੱਜ ਦਾ ਗੌੜੀ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ।
इस शब्द दे विच महाराज जी ने साडा जीवन, साडा शरीर दा लोथड़ा किवें बनिया इहदे बारे दस्या होया। पानी मैला मतलब ते माटी गोरी मतलब माकी रखत पिता बिंद धार। भी उस तरीके दे नाल इस धरती ते पैदा होया जो उस कुदरत ने, दाते ने ये चीज बनाई हुई। इस सुमेल दे नाल महाराज जी कहंदे पैदा होया पानी मैला माटी गोरी, इस माटी की पुत्री जोरी। ते ये जिहड़ी मिट्टी दी पुत्री है जां पुतला है जां पुतली है, कबीर जी कहंदे इस नूं जोड़ दिता गया, बना दिता गया। मतलब एक मिट्टी दा जिवें बुत बनाया जांदा, इस तरह ये मिट्टी दा पुतला बना के ते कहंदे इहदे विच जोत जां प्राण जिहड़े ने ओह अंदर रख दिते गए। मिट्टी बना के इस मिट्टी दे अंदर कबीर भगत जी कहंदे ने भी प्राणा नूं टका दिता गया, रख दिता गया। इस माटी की पुत्री जोरी, मैं नाही कछ आहे न मोरा तन धन सब रस गोविंद तोरा रहाओ। मैं नाही किछ आहे न मोरा तन धन सब रस गोविंद तोरा रहाओ। भगत कबीर जी देखो कितनी वड्डी गल सानूं दस रहे ने, कहंदे भी मेरी कोई हस्ती नहीं है, मैं ना ही किछ आहे ना मोरा, मेरे कोल जो कुछ भी है ये परम पिता परमात्मा का दिता होया। मेरी शरीर भी अमानत है किसे दी, मेरी आत्मा भी अमानत है किसे दी, किसे दे विचों आई हुई है, मुड़ उस नूं वापस करनी। इस करके मैं ना ही कछ आहे ना मोरा तन धन सब रस गोविंद तोरा। मेरे शरीर दा हर भाग हर चीज ये सारा ही परमेश्वर का दिता होया परमात्मा की बख्शिश है। मेरा तन भी अपना नहीं, धन भी अपना नहीं, ते मेरा मन भी गुरु दा है। तन धन सब रस गोविंद तोरा। सो मेरा सारा शरीर, मेरे प्राण, मेरी जिंद ये किसे दी अमानत है। मतलब किस दी अमानत है? साडे गुरु दी अमानत है। क्योंकि सानू जीवन साडे गुरु करके, साडे परम पिता परमात्मा करके ही मिलिया है। गुरु गुरु गुर कर्म मन मोर, गुरु बिना मैं नाही होर। गुरु तो बिना, गुरु की बख्शिश तो बिना असी कुछ भी नहीं। ये बाणी दे विच बहुत क्लीयर ते साफ साफ लिख के सानू दस्या होया। तन धन सब रस गोविंद तोरा रहाओ। इहदे नाल एक होर पंक्ति जोड़दे हां भगत कबीर जी दी। ये भी पंक्ति है, कबीर मेरा मुझ में है किछ नहीं, जो किछ है सो तेरा। तेरा तुझको सौंपते क्या लागे मेरा। मतलब तन धन सब रस गोविंद तोरा। मतलब मेरा कोई दावा नहीं है, मेरी कोई पक्की इत्थे चीज नहीं है, सब कुछ कच्चा जिहा ही है। इस माटी में पवन समाया। इस मिट्टी दे पुतले दे विच महाराज जी कहंदे पवन नूं प्राण बना के प्राणा दे राही पवन अंदर टिक गई। अंदर पवन दे रूप दे विच प्राण जिहड़े सी ओह अंदर वस गए, टिक गए। सो इस करके इस मिट्टी दे अंदर कहंदे ने प्राण हन। मतलब श्वास है, साह है, ते झूठा परपंच जोर चलाया। ते ये संसार एक प्रपंच की तरह जिहड़ा भगत कबीर जी ने बाणी दे विच लिखिया।
ਭਗਤ ਕਬੀਰ ਜੀ ਨੇ ਇਸ ਨੂੰ ਬਾਣੀ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸਮਝਾਇਆ। ਝੂਠਾ ਪ੍ਰਪੰਚ ਜ਼ੋਰ ਚਲਾਇਆ। ਮਹਾਰਾਜ ਜੀ ਫਰਮਾਨ ਕਰਦੇ ਹਨ, ਇਹ ਝੂਠੀਆਂ ਚੀਜ਼ਾਂ ਦੀ ਖਾਤਰ, ਝੂਠੀਆਂ ਚੀਜ਼ਾਂ ਕਰਕੇ ਆਪਣੀ ਐਨਰਜੀ, ਆਪਣਾ ਜ਼ੋਰ ਇਹਨੇ ਹਮੇਸ਼ਾ ਲਾਇਆ ਹੋਇਆ, ਚਲਾਇਆ ਹੋਇਆ, ਵਰਤ ਰਿਹਾ। ਇਹ ਸਭ ਕੁਝ ਇਸਤੇਮਾਲ ਕਰ ਰਿਹਾ, ਜਾਂ ਕਹਿ ਦਈਏ ਵੀ ਇਹ ਵਰਤ ਰਿਹਾ ਹੈ ਉਸ ਪ੍ਰਮਾਤਮਾ ਦੇ ਦਿੱਤੇ ਪ੍ਰਾਣ, ਜ਼ੁਬਾਨ, ਸਰੀਰ, ਸਭ ਕੁਛ ਇਹ ਉਹਨਾਂ ਦਾ ਦਿੱਤਾ ਹੀ ਮਾਣ ਰਿਹਾ ਹੈ। ਸੋ ਇਸ ਕਰਕੇ ਭਗਤ ਕਬੀਰ ਜੀ ਸਾਨੂੰ ਇੱਕ ਬਹੁਤ ਵੱਡਾ ਗਿਆਨ ਆਪਣੀ ਮੁਬਾਰਕ ਪਵਿੱਤਰ ਰਚਨਾ ਤੋਂ ਸ਼ਬਦਾਂ ਰਾਹੀਂ ਉਚਾਰਨ ਕਰਕੇ ਸਾਨੂੰ ਦੇ ਰਹੇ ਹਨ, ਤੇ ਅਸੀਂ ਇਸ ਨੂੰ ਪੜ੍ਹ ਕੇ ਇਸ ਦੀ ਵਿਚਾਰ ਕਰਕੇ ਨਾਨਕ ਨਦਰੀ ਨਦਰ ਨਿਹਾਲ ਆਨੰਦਿਤ ਹੋ ਰਹੇ ਹਾਂ। ਸੋ ਅਗਲੀ ਪੰਕਤੀ ਭਗਤ ਕਬੀਰ ਜੀ ਦੀ, ਮਹਾਰਾਜ ਜੀ ਦੀ, किन्हों लाख पांच कर पांच की जोरी अंत की बार गरिया फोरी। 5 लाख किन्हों लाख 5 कहते ने कईयां ने कई 5 लाख कई लाख कह सकते हैं अज के समय जायदाद जोड़ लई। सो जायदाद बनानी, पैसे कमाने, बाणी विच किधरे नहीं लिखिया भी गलत, किधरे नहीं लिखिया। सच्ची सुच्ची किरत कमानी, उहदे नाल साधन पैदा करने, सहूलतां लैनियां, ये राइट गुरु साहब सानू दिंदे ने। सब नूं महाराज जी कहंदे ने सुखी वसै मोरो परिवार। ते परिवार दे सिर ते छत होएगी, पैन नूं सोहणे कपड़े होणगे, ते साधन होणगे समय के मुताबिक, युग के मुताबिक, तां ही गुरु का परिवार सुखी रह सकता, तां ही सुखी रह सकता, उस तरह बिल्कुल नहीं। सो इसलिए भगत कबीर जी फरमान करते हैं अपनी मुबारक पावन पवित्र रचना तो भी संसार दे विच बहुत ज़्यादा जिहड़ी है वो जायदाद ते माया मनुख ने इकट्ठी कर लई, बना ली। पर सच्चाई भगत जी कहंदे तैनूं दस दिंदे हां भी ये अंत की बार गरिया फोरी। अंत वेले जिहड़ा है आम करके हुण रिवाज घटिया अपने इलाके दे विच गगरिया दा मतलब गागर, कच्चा भांडा। अंत की बार गगरिया फोरी, आखिरी समय दे विच भांडा ठा करके सुट के ते उस नूं तोड़ दिता जांदा। इहदा मतलब ये हुंदा भी सारा कुछ भज गया, नाते जिहड़े ने भज गए। भजना टुटन नूं भी कहंदे ते भजना छड्ड देने नूं भी कहंदे ने, भजना दौड़ जाने नूं भी कहंदे ने। ते तेरी मेरी अज तो सब कुछ टुट गई, मतलब भज गई, खत्म हो गई। तेरा जो कुछ सी सारा कुछ अज भज गया। जदों कच्चे भांडे नूं सुट्टिया जांदा है उहदा कोई मतलब हुंदा है, साडे गुरमत दे अनुसार नहीं है, पर फिर भी जे मनमत भी है तां भी एक मैसेज ते संदेश ये चीज़ दे दिंदी है। ते होर एक पंक्ति पढ़ लेने आ, कहाँ बिसासा इस भांडे का इतनक लागे ठनका। भी इस कच्चे भांडे की काहदी बुनियाद है, माड़ी जी ठोकर लगी नहीं ते ये टुट के थले डिग जांदा है। इसे तरह साडे सवास हन, इसे तरह ही साडी जिंद है, इसे तरह ही साडा शरीर है। इसनों भी महाराज जी कहते थोड़ा जिहा झटका लगे ते इस संसार तो कूच कर जांदा है। सो इस करके अंत की बार गगरिया फोरी, अंत दी वेला शरीर रूपी भांडा भज जांदा और जो कुछ हुंदा वो इस संसार दे उपर ही रह जांदा।
ਅੱਜ ਅਸੀਂ ਕੋਈ ਜ਼ਮੀਨ ਵਰਤ ਰਹੇ ਹਾਂ, ਕੱਲ ਕਿਸੇ ਨੇ ਵਰਤੀ ਸੀ, ਆਉਣ ਵਾਲੇ ਕੱਲ ਨੂੰ ਕੋਈ ਹੋਰ ਵਰਤੇਗਾ। ਅੱਜ ਜਿਹੜੇ ਸਾਡੇ ਮਾਂ-ਬਾਪ ਹਨ, ਕੱਲ ਹੋਰ ਕਿਸੇ ਦੇ ਸੀ, ਅੱਜ ਸਾਡੇ ਨੇ, ਤੇ ਅਸੀਂ ਵੀ ਅੱਜ ਕਿਸੇ ਦੇ ਹਾਂ ਤੇ ਸਾਡੇ ਵੀ ਕਿਸੇ ਨੇ ਪਤਾ ਨਹੀਂ ਕਦੋਂ ਬਣਨਾ। ਇਹ ਬਾਣੀ ਵਿੱਚ ਭਗਤ ਕਬੀਰ ਜੀ ਨੇ ਲਿਖਿਆ, ਉਚਾਰਨ ਕੀਤਾ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਜਦੋਂ ਜਦੋਂ ਵੀ ਗਰਭ ਧਾਰਨ ਕੀਤਾ, ਮਤਲਬ ਗਰਭ ਦੇ ਵਿੱਚ ਆ ਕੇ ਜਨਮ ਲਿਆ, ਤੇ ਏਦਾਂ ਦੇ ਅਸੀਂ ਘਰ ਬਹੁਤ ਦੇਖੇ, ਬੜੇ ਘਰ ਬਸਾਏ। ਏਦਾਂ ਦੇ ਕਈ ਮਾਂ-ਬਾਪ ਸਾਨੂੰ ਮਿਲੇ ਤੇ ਏਦਾਂ ਦੇ ਕਈ ਮਾਂ-ਬਾਪ ਅਸੀਂ ਕਿਸੇ ਦੇ ਬਣੇ। ਇਹ ਸਿਲਸਿਲਾ ਜਿਹੜਾ ਬਹੁਤ ਚਿਰ ਤੋਂ ਚੱਲ ਰਿਹਾ ਹੈ, ਇਸ ਸਿਲਸਿਲੇ ਨੂੰ ਖਤਮ ਕਰਨਾ ਤੋਂ ਮਹਾਰਾਜ ਜੀ ਕਹਿੰਦੇ ਮੁਕਤ ਹੋਣਾ ਬੰਧਨਾਂ ਤੋਂ ਤੇ ਮਾਇਆ ਦੇ ਪ੍ਰਭਾਵ ਤੋਂ ਆਜ਼ਾਦ ਹੋਣਾ, ਤਾਂ ਜੋ ਤੈਨੂੰ ਫਿਰ ਮੁੜ ਕੇ ਜੰਮਣਾ ਨਾ ਪਏ, ਫਿਰ ਮੁੜ ਮੁੜ ਮਰਨਾ ਨਾ ਪਏ। ਕਿਉਂਕਿ ਇਹ ਚੀਜ਼ ਜਿਹੜੀ ਹੈ, ਵਿਛੋੜਾ ਕਿਸੇ ਵੀ ਚੀਜ਼ ਦਾ ਇਹ ਦੁਖਦਾਈ ਹੈ, ਦੁੱਖ ਦਿੰਦਾ। ਧਨ ਸਾਡੇ ਕੋਲੋਂ ਚਲਾ ਜਾਏ, ਵਿਛੜ ਜਾਏ, ਕੋਈ ਜੀਵ ਵਿਛੜ ਜਾਏ, ਜਾਂ ਕੋਈ ਆਪਣੀ ਬਹੁਤ ਖਾਸ ਚੀਜ਼ ਹੱਥੋਂ ਨਿਕਲ ਜਾਏ, ਤੇ ਮਨ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ। ਤੇ ਮਹਾਰਾਜ ਜੀ ਕਹਿੰਦੇ ਤੇਰੀ ਜੀਵਨ ਦੀ ਯਾਤਰਾ ਦੇ ਵਿੱਚ ਤੇਰਾ ਬਾਲਪਨ ਲੰਘ ਗਿਆ, ਤੇਰਾ ਜੋਬਨ ਲੰਘ ਗਿਆ ਜਾਂ ਲੰਘ ਰਿਹਾ, ਤੈਨੂੰ ਅਜੇ ਤੱਕ ਚਿੰਤਾ ਹੀ ਨਹੀਂ ਹੋਈ। ਅਜੇ ਤੱਕ ਤੂੰ ਇਧਰ ਧਿਆਨ ਹੀ ਨਹੀਂ ਦਿੱਤਾ ਵੀ ਔਦ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲ, ਕਾਜ ਸਵਾਰੇ ਹੋਏ ਏਵ ਸੰਸਾਰ ਵਿਕਾਰ ਸੰਸਿਮੇ ਤਰਿਓ ਬ੍ਰਹਮ ਗਿਆਨ। ਜਿਸੇ ਜਗਾਏ ਪਿਆਵੇ ਇਹ ਰਸ ਅਕਥ ਕਥਾ ਤਿੰਨ ਜਾਨੀ। ਇਸ ਅਕਥ ਕਥਾ ਨੂੰ ਜਿਹੜੇ ਪੂਰਨ ਸੀ, ਪੂਰਨ ਬ੍ਰਹਮ ਗਿਆਨੀ, ਉਹਨਾਂ ਨੂੰ ਹੀ ਪਤਾ ਲੱਗਿਆ। ਅਸੀਂ ਕਹਿ ਦਿੰਦੇ ਹਾਂ ਅਸੀਂ ਥੋੜੋ ਬ੍ਰਹਮ ਗਿਆਨੀ ਆ, ਵੀ ਉਹ ਬ੍ਰਹਮ ਗਿਆਨੀ ਹੈ, ਉਹਨੂੰ ਹੀ ਪਤਾ ਵੀ ਤੈਨੂੰ ਕਿੰਨੇ ਕਿਹਾ ਵੀ ਤੂੰ ਬ੍ਰਹਮ ਗਿਆਨੀ ਨਾ ਬਣ। ਤੂੰ ਬ੍ਰਹਮ ਦਾ ਗਿਆਨ ਪ੍ਰਾਪਤ ਕਰ, ਤੂੰ ਆਟੋਮੈਟਿਕਲੀ ਕਹਿਣ ਦੀ ਜ਼ਰੂਰਤ ਨਹੀਂ ਹੋਏਗੀ ਵੀ ਮੈਨੂੰ ਬ੍ਰਹਮ ਦਾ ਗਿਆਨ ਹੈ, ਮੈਂ ਬ੍ਰਹਮ ਗਿਆਨੀ ਆ। ਹਰ ਕਾ ਭਗਤ ਪ੍ਰਗਟ ਨਹੀਂ ਛਪੇ। ਤੈਨੂੰ ਦੁਨੀਆ ਆਖੇਗੀ ਵੀ ਇਹ ਗਿਆਨੀ ਹੈ, ਇਹ ਬ੍ਰਹਮ ਗਿਆਨੀ ਹੈ, ਤੂੰ ਉਹ ਲਿਆਕਤ, ਉਹ ਯੋਗਤਾ, ਉਹ ਗੁਣ ਆਪਣੇ ਅੰਦਰ ਪੈਦਾ ਕਰ। ਤੇ ਉਹ ਗੁਣ ਜਿਹੜੇ ਨੇ, ਹਰ ਇੱਕ ਬਾਪੂ, ਹਰ ਇੱਕ ਪਿਤਾ ਆਪਣੇ ਬੇਟੇ ਨੂੰ ਬਹੁਤ ਵੱਡਾ, ਬਹੁਤ ਤਰੱਕੀਆਂ ਦੀਆਂ ਰਾਹਾਂ ਤੇ ਚੱਲਣ ਵਾਲਾ, ਆਪਣੇ ਨਾਲੋਂ ਵੀ ਅੱਗੇ ਲੰਘਣ ਵਾਲਾ ਦੇਖਣਾ ਚਾਹੁੰਦਾ ਹੈ। ਮੇਰਾ ਪੁੱਤਰ ਮੇਰੇ ਨਾਲੋਂ ਵੀ ਜ਼ਿਆਦੀ ਤਰੱਕੀ ਕਰੇ, ਮੇਰੇ ਨਾਲੋਂ ਵੀ ਜ਼ਿਆਦਾ ਜੋੜੇ, ਪ੍ਰਾਪਰਟੀ ਬਣਾਏ, ਕਾਰੋਬਾਰ ਹੋਵੇ। ਇਹ ਹਰ ਪਿਤਾ ਚਾਹੁੰਦਾ ਹੈ ਨਾ। ਤੇ ਗੁਰੂ ਨਹੀਂ ਚਾਹੁੰਦਾ ਵੀ ਮੇਰਾ ਸਿੱਖ ਗਿਆਨੀ ਹੋਵੇ, ਮੇਰਾ ਸਿੱਖ ਬ੍ਰਹਮ ਗਿਆਨੀ ਹੋਵੇ। ਕਿਉਂ ਵੀ ਇਹ ਕੋਈ ਚੰਦ ਲੋਕਾਂ ਦਾ ਥੋੜ੍ਹਾ ਹੋਏ, ਠੇਕਾ ਵੀ ਉਹਨਾਂ ਨੂੰ ਹੀ ਦੇ ਦਿੱਤਾ। ਬ੍ਰਹਮ ਗਿਆਨੀ ਅਵਸਥਾ ਦਾ ਨਾਂ ਹੈ, ਨਾ ਕਿਸੇ ਕੱਪੜਿਆਂ ਲੀੜਿਆਂ ਦਾ, ਨਾ ਕੋਈ ਸਪੈਸ਼ਲ ਡਰੈਸ ਦਾ, ਨਾ ਕਿਸੇ ਦਾ। ਇਹ ਇੱਕ ਆਤਮਕ ਅਵਸਥਾ ਦਾ ਨਾਂ ਹੈ। ਇਹ ਕੋਈ ਵੀ ਹੋ ਸਕਦਾ। ਸਾਨੂੰ ਉਹ ਲੱਗਦਾ ਜਿਸ ਨੇ ਸਪੈਸ਼ਲ ਵਰਦੀ ਪਾਈ ਹੁੰਦੀ ਹੈ, ਕੋਈ ਇੱਕ ਦੋ ਮਾਲਾ ਹੱਥ ਵਿੱਚ, ਆਪਣੇ ਗਲ ਵਿੱਚ, ਜਾਂ ਬਾਹਰੋਂ ਜਿਹੜੇ ਕੱਪੜੇ ਜਿਹੜੇ ਸਪੈਸ਼ਲ ਧਰਮੀਆਂ ਵਾਲੇ ਪਾਏ ਹੁੰਦੇ ਨੇ, ਉਹ ਸਾਰੇ ਧਰਮੀ ਨਹੀਂ ਹੋ ਸਕਦੇ। ਕੁਝ ਕੋ ਇਸ ਕਰਕੇ ਭੇਖ ਜਿਹੜਾ ਉਹ ਧਰਮ ਨੂੰ ਦਰਸਾਉਂਦਾ ਨਹੀਂ ਹੈ। ਧਰਮ ਉਹ ਚੀਜ਼ ਹੈ ਜਿਹੜੀ ਪ੍ਰੈਕਟੀਕਲ ਜੀਵਨ ਦੇ ਵਿੱਚ ਕੋਈ ਕਮਾਈ ਕੀਤੀ ਜਾਂਦੀ ਹੈ। ਮਤਲਬ ਧਰਮ ਕਮਾਇਆ ਹੁੰਦਾ, ਰੈਡੀਮੇਡ ਨਹੀਂ ਮਿਲਦਾ। ਧਿਆਨ ਦੇਣਾ, ਕਰਮ ਜਿਹੜਾ ਹੈ ਕਮਾਇਆ ਜਾਂਦਾ ਹੈ। ਕਰਮ ਜਿਹੜਾ ਹੈ ਇਹ ਕੋਈ ਐਵੇਂ ਨਹੀਂ ਵੀ ਦੇ ਦਿੰਦਾ ਵੀ ਆ ਲੈ ਕਰਮ ਮੈਂ ਤੈਨੂੰ ਆਪਣਾ ਦਿੱਤਾ ਤੇ ਤੂੰ ਇਸ ਕਰਮ ਨੂੰ ਵਰਤ ਲੈ। ਮਾਇਆ ਤੇ ਪਿਤਾ ਦੀ ਦਿੱਤੀ ਵਰਤ ਸਕਦੇ ਹਾਂ, ਪਰ ਕਰਮੀ ਆਪੋ ਆਪਣੇ। ਮੇਰੇ ਪਿਤਾ ਦੇ ਆਪਣੇ ਕਰਮ, ਉਹਦੇ ਕਰਮਾਂ ਦਾ ਉਸ ਨੂੰ ਮਿਲਣਾ। ਧੀ ਪੁੱਤਰ ਨੂੰ ਉਹਦੇ ਕਰਮਾਂ ਦਾ ਉਸ ਨੂੰ ਮਿਲਣਾ। ਪਤੀ ਪਤਨੀ ਨੂੰ ਆਪਣੇ ਆਪਣੇ ਕਰਮਾਂ ਦਾ ਮਿਲਣਾ। ਧੀਆਂ ਪੁੱਤਰਾਂ ਨੂੰ ਆਪਣੇ ਆਪਣੇ ਕਰਮਾਂ ਦਾ ਮਿਲਣਾ। ਤੂੰ ਆਪਣੇ ਬਾਰੇ ਸੋਚ ਵੀ ਤੂੰ ਕਿਹੜੇ ਕਰਮ ਕਰਨੇ ਹਨ, ਕਿਉਂਕਿ ਅੰਤ ਕੀ ਬਾਰ ਗਗਰੀਆ ਫੋਰੀ। ਅੰਤ ਕੀ ਬਾਰ ਗਗਰੀਆ ਫੋਰੀ।
जिस शरीर जिस तन जिस धन जो कुछ भी साडे पास है, जिसदा असी मान करते हाँ, अज शरीर दे विचों प्राण वख हो जान, अज शरीर दे विचों प्राण वख हो जान ते हिस्सेदारी पै जाएगी। ये चीज़ जिहड़ी इकट्ठी कीती एक एक करके इसनूं बहुत छेती डिवाइड कर लिया जाएगा, इसनूं बहुत छेती खर्च कर लिया जाएगा। ये बंदा जिउंदे जी किन्ना सोचदा है घर नूं बनाउणा है ते तां ध्यान देना साडे तो बाद घरां नूं वेचण वाले बैठे ने। असीं सोचिया धन नूं इकट्ठा करके रखना, ये किधरे औखे सौखे काम आएगा, साडे जाण तो बाद मिंटां दे विच इस नूं डिवाइड करके खर्चण वाले बैठे होए हन। इस करके कर्म शरीर दे नाल भी कीता जांदा है, कर्म जुबान दे नाल भी कीता ਜਾਂਦਾ, ਅੱਖੀਆਂ ਨਾਲ, ਕੰਨਾਂ ਨਾਲ, ਧਨ ਨਾਲ ਤੇ ਹੋਰ ਵੀ ਬੜੀਆਂ ਚੀਜ਼ਾਂ ਜਿਹਦੇ ਨਾਲ ਅਸੀਂ ਕਰਮ ਧਰਮ ਕਰ ਸਕਦੇ ਹਾਂ। पर ਇਹਦਾ नॉलेज होना चाहिए। मैं बड़ी बारी बेनती की है, 500 रुपए की शराब की बोतल लैके 4 मित्रां नूं पिया दिओ, ये भी कर्म है, पर इनू कहते ने माड़ा कर्म। ਇਹਦਾ लेखा देना पैंदा। जे किसी का घर कोई आबाद नहीं कर सकता, तोड़न का, विछोड़न का, खराब करन का, कला कलेश पाउण का किसी नूं राइट हक नहीं है। उसे ही 500 रुपए का कोई फ्रूट ले ले, कोई चीज प्रशादा लैके कोई लोड़वंद नूं दे दवे, छका देवे, वो भी कर्म होएगा। इस कर्म दे उपर साडा खुद दा मन भी सैटिस्फाई होएगा, साडा गुरु भी खुश होएगा ते साडा मालक परम पिता परमात्मा भी खुश होएगा। ये साडी मर्जी है भी दोनों दे विचों कर्म किहड़ा करना, भी इस दिते होए नूं असी किहड़े पासे लाउणा। ते फिर गंढा बंदा आप मारदा ते बाद विच कहंदा खोले मेरा सतगुरु। क्यों बई तैनूं इदां दीयां गंढां किन्ने मारनों किहा सी जिहड़ियां तेरे कोलों खोलणियां ही औखियां होण। ऐसी गंढ ना दे जिहड़ी तेरे को खुले ना, मतलब ऐसा काम मोले ना कीचै जित अंत पछो ताई। सतगुर का उपदेश सुन तू होवे तेरे नाले, कहे नानक मन प्यारे तू सदा सच संभाले। इस करके नेरी आउण तो पहला, बारिश आउण तो पहला कोठियां नूं लिप लेना चाहिए। ये बाणी विच लिखिया, सच लिखिया, नहीं ते कोठे ढट जाणगे, चो पैणगे। मतलब आखिरी दम आण तो पहला जीवन नूं संवार लिया जाए, जीवन नूं सोहना बना लिया जाए। किस तरह? मतलब कर्मां दे नाल। ये जो असी सारे इत्थे बैठे हैं, ये बड़ा उच्चा सुच्चा ते वड्डा कर्म है। जदों असी संगत विच कुछ सुणदे हां, कुछ सुणाउंदे हां, इहदे नालों वड्डा कर्म होर कोई नहीं। जिन्हों अमृत वेले सत्संग जी इन्ना महंगा भोजन मिल जाए जिहड़ा रुपइयां दे नाल नहीं मिलदा, वो बंदा संसार दे विच सब तो जिहड़ा है भागां वाला है, किस्मत वाला है, लकी है। वो जिन्हों उठण दे नाल ही गुरु मिल जाए उन्होंने होर की चाहिए। जिन्हों उठण तो बाद मत्थे गुरु साहब लग जाए उन्होंने होर की चाहिए। जिन्हों उठण दे सार ही बाणी इशनान मिल जाए, वो दुनिया दा सब तो जिहड़ा है वो चंगा इंसान है। ते हुण नालों नाल ही मैं दूजी भी विचार नाल ही करदा हुण। जिन्हों उठदे नूं चाह चाहिदी है, गुस्ताखी माफ बाणी दी पंक्ति नाल लावांगा। जिन्हों उठदे नूं ही ब्रेकफास्ट चाहिदा, जिहड़ा उठदा ही नशा पी के भन लाउंदा है, ਉਹਦੇ ਲਈ फिर सुन लो पंक्ति। ज़्यादा विस्तार विच मैं नहीं जावांगा, साफ साफ पता लगदा है। नाम बिना जो पैरे खाए, ज्यों कुकर जूठन मुँह पाए, बस इन्ना ही काफ़ी है। फिर समझ लेना जिन्हां ने नाम जपण तो बगैर राम राम
ਅੱਲਾ ਅੱਲਾ ਭਗਵਾਨ ਭਗਵਾਨ ਵਾਹਿਗੁਰੂ ਵਾਹਿਗੁਰੂ ਕਰਨ ਤੋਂ ਬਗੈਰ ਜੇ ਗਰਾਈ ਅੰਨ ਜਲ ਮੂੰਹ ਨੂੰ ਲਾਇਆ, ਉਹਨੂੰ ਅਕਿਰਤ ਘਣਾ ਦੀ ਲਾਈਨ ਵਿੱਚ ਲਾ ਦਿੱਤਾ ਜਾਏਗਾ। ਤੁਸੀਂ ਹੁਣ ਕਹੋ ਸ਼ਬਦ ਸੁਣਾਓ ਵੀ ਕਿੱਦਾਂ ਸੁਣਾਈਏ ਜੀ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੈ ਕਿਰਤ ਕਰਨੀ, ਧ੍ਰਿਗ ਜੀਵੈ ਧ੍ਰਿਗ ਜੀਵਾਸ। ਸੋ ਇਸ ਕਰਕੇ ਸਤਸੰਗ ਜੀ ਜਿਹੜੀਆਂ ਬਾਣੀ ਦੀਆਂ ਵਿਚਾਰਾਂ ਹੁੰਦੀਆਂ ਨੇ ਨਾ, ਇਹ ਬਹੁਤ ਜ਼ਿਆਦਾ ਸਤਸੰਗ ਜੀ ਸਾਡੇ ਤੇ ਅਸਰ ਕਰਦੀਆਂ ਨੇ। ਜੇ ਕਿਧਰੇ ਜੇ ਇੱਕ ਗੁਰ ਕੀ ਸਿੱਖ ਸੁਣੀ, ਦੇਖੋ ਆ ਹੁਣ ਵੈਕਸੀਨ ਲੱਗਦੀ ਹੈ ਨਾ, ਸੂਈ ਤੇ ਥੋੜੀ ਚੁੱਭਣੀ ਹੈ, ਬੁਖਾਰ ਵੀ ਹੋਣਾ, ਥੋੜਾ ਤਾਪ ਵੀ ਚੜ੍ਹਨਾ, ਪਰ ਉਸਨੇ ਸਾਨੂੰ ਨਾ ਸੇਫ ਕਰ ਦੇਣਾ ਆਉਣ ਵਾਲੇ ਸਮੇਂ ਤੱਕ। ਉਹ ਲੱਗਦਾ ਥੋੜਾ ਔਖਿਆਈ ਹੈ, ਸਰੀਰ ਟੁੱਟਦਾ, ਸਰੀਰ ਭੱਜਦਾ ਤੇ ਸਰੀਰ ਦੁਖਦਾ ਵੀ ਹੈ। ਸੋ ਬਾਣੀ ਨੂੰ ਇੱਕ ਤੀਰ ਕਿਹਾ, ਕਹਿੰਦੇ ਜਦੋਂ ਇਹ ਤੀਰ ਹਿੱਕ ਵਿੱਚ ਵੱਜਦਾ ਹੈ ਨਾ ਜਾਂ ਮਨ ਵਿੱਚ ਲੱਗਦਾ, ਇਹ ਵੀ ਚੁਭਦਾ ਹੈ ਥੋੜਾ ਵੀ, ਕਿਉਂਕਿ ਟਰੁਥ ਇਜ਼ ਬਿਟਰ, ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ। ਇਹ ਸੱਚ ਜਿਹੜਾ ਇਹ ਵੀ ਲੱਗਦਾ, ਇਹ ਵੀ ਚੁਭਦਾ ਹੈ। ਤੇ ਜੇ ਕਿਤੇ ਸੱਚਮੁੱਚ ਇਹ ਟਿਕਾਣੇ ਲੱਗ ਗਿਆ, ਦੇਖੋ ਸੱਜਣ ਦੀ ਅਸੀਂ ਸਾਖੀ ਬੜੀ ਵਾਰ ਸੁਣੀ ਹੈ, ਉਹਦੇ ਇਹ ਚੀਜ਼ ਬਿਲਕੁਲ ਟਿਕਾਣੇ ਤੇ ਲੱਗ ਗਈ, ਇੱਕੋ ਹੀ ਵਾਰੀ ਲੱਗੀ। ਅਸੀਂ ਸੱਜਣ ਦੀ ਜਦੋਂ ਗੱਲ ਕਰਦੇ ਹਾਂ, ਅਸੀਂ ਉਸ ਨੂੰ ਕਹਿੰਦੇ ਹਾਂ ਉਹ ਲੁੱਟਦਾ ਸੀ, ਉਹ ਮਾਰਦਾ ਸੀ, ਉਹ ਇੰਜ ਕਰਦਾ ਸੀ, ਉਂਝ ਕਰਦਾ ਸੀ, ਭੇਖੀ ਸੀ। ਪਰ ਸੱਜਣ ਸਾਡੇ ਨਾਲੋਂ ਬਹੁਤ ਚੰਗਾ ਸੀ। ਸੱਜਣ ਸਾਡੇ ਨਾਲੋਂ ਪਤਾ ਕਿਉਂ ਚੰਗਾ ਸੀ? ਕਿਉਂਕਿ ਸੱਜਣ ਦੇ ਇੱਕ ਹੀ ਬਾਣ ਮਾਰਿਆ ਸੀ ਮਹਾਰਾਜ ਨੇ, ਇੱਕੋ ਹੀ ਬਾਣ। ਉੱਜਲ ਸੋਹੀ ਮਹੱਲਾ ਪਹਿਲਾ। ਉੱਜਲ ਕੇਹਾ ਝਿਲਕਣਾ ਘੁੱਟ ਮਕਾਲੜੀ ਮਸ, ਧੋਤਿਆਂ ਝੂਠ ਨਾ ਉਤਰੇ, ਜਿਸੋ ਧੋਵਾਂ ਤਿਸ ਸੱਜਣ ਸਈ ਨਾਲ ਮੈਂ, ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ। ਸੱਜਣ ਨੇ ਉਸ ਦਿਨ ਤੋਂ ਬਾਅਦ ਕੋਈ ਵੀ ਐਸਾ ਕਰਮ ਨਹੀਂ ਕੀਤਾ ਸੀ ਜਿਹੜਾ ਦਰਗਾਹ ਦੇ ਵਿੱਚ ਉਸ ਨੂੰ ਝੂਠਾ ਪਾਵੇ। ਉਹਨੇ ਉਸੇ ਹੀ ਬਚਨ ਨੂੰ ਇੱਕੋ ਵਾਰੀ ਸੁਣ ਕੇ ਸਦਾ ਲਈ ਮੰਨ ਲਿਆ, ਤੇ ਜਿਸ ਨੇ ਸੈਂਕੜੇ ਤੇ ਹਜ਼ਾਰ ਵਾਰੀ ਸੁਣ ਕੇ ਵੀ ਨਾ ਮੰਨਿਆ, ਉਹਦੇ ਨਾਲੋਂ ਸੱਜਣ ਚੰਗਾ ਹੋਇਆ। ਜਿਸ ਨੇ ਸੈਂਕੜੇ ਤੇ ਹਜ਼ਾਰ ਵਾਰ ਵੀ ਦਰਸ਼ਨ ਕਰਕੇ ਮੱਥਾ ਟੇਕ ਗਏ, ਗੁਰੂ ਦੇ ਕਹੇ ਮੁਤਾਬਕ ਜੀਵਨ ਨਾ ਬਤੀਤ ਕੀਤਾ, ਫਿਰ ਸੱਜਣ ਸਾਡੇ ਨਾਲੋਂ ਚੰਗਾ ਹੋਇਆ। ਸੋ ਕਹਿਣ ਦਾ ਭਾਵ ਹੈ ਵੀ ਜੀਵਨ ਜਿਹੜਾ ਹੈ, ਜੇ ਇਹਦੇ ਵਿੱਚ ਬਦਲਾਅ ਨਹੀਂ ਆਉਂਦਾ, ਕਈ ਨਿਆਣੇ ਨਾ ਫੇਲ ਹੋਈ ਜਾਂਦੇ ਨੇ, ਦੂਜੀ ਚੋਂ ਵੀ ਫੇਲ, ਤੀਜੀ ਚੋਂ ਵੀ ਫੇਲ, ਚੌਥੀ ਚੋਂ ਵੀ ਫੇਲ। ਬਾਬੂ ਕਹਿੰਦਾ ਚੱਲ ਘਰ ਬਹਿ, ਦੇਖੇ ਨੇ ਹੋਣਗੇ ਵੀ ਇਹ ਤੇ ਪੜਦਾ ਹੀ ਕੋਨੀ, ਚੱਲ ਡੰਗਰ ਲੈ ਜਾ ਚਾਰ ਕੇ ਆ ਜਾ, ਪੱਠੇ ਦੱਥੇ ਦਾ ਕੰਮ ਕਰ। ਵੀ ਕੀ ਕਰੀਏ, ਤੂੰ ਪਾਸ ਹੀ ਨਹੀਂ ਹੁੰਦਾ। ਇੰਜੀ ਹੈ ਨਾ, ਬਾਪੂ ਲਿਹਾਜ਼ ਨਹੀਂ ਕਰਦਾ। ਜਿਹੜਾ ਪੜਨ ਵਾਲਾ ਉਹਨੂੰ ਕਰਜ਼ਾ ਚੁੱਕ ਕੇ ਵੀ ਕਹਿੰਦਾ ਪੜ, ਉਹਨੂੰ ਕਹਿੰਦਾ ਤਰੱਕੀ ਕਰਨੀ ਹੈ, ਲੈ ਪੈਸੇ ਵਿਆਜ ਤੇ ਲੈ ਕੇ ਵੀ ਤੈਨੂੰ ਮੈਂ ਚੰਗੇ ਪਾਸੇ ਲਾਉਣਾ। ਤੇ ਜਿਸ ਨੇ ਮੰਨਣਾ ਹੀ ਨਹੀਂ, ਧਿਆਨ ਹੀ ਨਹੀਂ ਦੇਣਾ, ਫੇਲ ਹੀ ਹੋਈ ਜਾਣਾ, ਉਹਨੂੰ ਪਿਤਾ ਸਕੂਲੋਂ ਉਠਾ ਲੈਂਦਾ ਹੈ। ਤੇ ਗੁਰੂ ਮਹਾਰਾਜ ਜੀ ਕਹਿੰਦੇ ਜਿਸ ਨੇ ਗੁਰੂ ਦਾ ਸੁਣ ਕੇ, ਗੁਰੂ ਦੀ ਸੁਣ ਕੇ, ਜੇ ਕੋ ਗੁਰ ਕੀ ਸਿੱਖ ਸੁਣੀ, ਜੇ ਉਸ ਨੂੰ ਜੀਵਨ ਦੇ ਵਿੱਚ ਧਾਰਨ ਨਹੀਂ ਕਰਨਾ, ਮੰਨਣਾ ਨਹੀਂ, ਤੇ ਫਿਰ ਗੁਰੂ ਨੇ ਵੀ ਪਾਸੇ ਹੋ ਜਾਣਾ ਹੈ, ਪਾਸੇ ਹੋ ਜਾਣਾ ਹੈ। ਕਿਉਂਕਿ ਇੱਕ ਵਾਰੀ ਸਮਝਾਈਦਾ, ਦੋ ਵਾਰੀ ਸਮਝਾਈਦਾ, ਤਿੰਨ ਵਾਰੀ ਸਮਝਾਈਦਾ, ਕਿੰਨੀ ਕੁ ਵਾਰੀ ਸਮਝਾਈਏ। ਬਾਣੀ ਦੇ ਵਿੱਚ ਪੰਕਤੀਆਂ ਲਿਖੀਆਂ ਹੋਈਆਂ ਨੇ ਵੀ ਮੂਰਖ ਮਨ ਤੈਨੂੰ ਕਿਉਂ ਨਹੀਂ ਸਮਝ ਆਉਂਦੀ, ਕਿਉਂ ਨਹੀਂ ਸਮਝਦਾ। ਤੇ ਫਿਰ ਜੇ ਤੂੰ ਨਹੀਂ ਸਮਝਦਾ, ਤੇ ਮਹਾਰਾਜ ਜੀ ਕਹਿੰਦੇ ਜਿੱਦਾਂ ਮੈਂ ਪਹਿਲਾਂ ਉਦਾਹਰਨ ਦਿੱਤੀ ਨਾ, ਸਕੂਲੋਂ ਨਿਆਣੇ ਨੂੰ ਉਠਾ ਲਿਆ ਜਾਂਦਾ, ਫਿਰ ਮਹਾਰਾਜ ਜੀ ਵੀ ਕਹਿੰਦੇ ਆ ਲੈ ਭਾਈ, ਸਾਡੇ ਵੱਲੋਂ ਵੀ ਆ ਤੇਰੇ ਅੱਗੇ ਬੇਨਤੀ, ਮੰਦਾ ਚੰਗਾ ਆਪਣਾ
आपे ही कीता पावन। बस हुण तू जान ते तेरा काम जाने, तैनू ते असी सतर्क कर दिता, तैनू ते असी समझा दिता, तू नहीं समझिया, तेरी मर्जी है। जीवन तेरा बना ले, जीवन तेरा बिगाड़ ले, इहदे लई मुशक्कत मेहनत करनी पेगी। मन नू मारना पेगा, मन नू महीन करना पेगा, बरीक करना पेगा, लताड़ना पेगा, डंडे वांगू सीधा करना पेगा। वट विंग गुरु महाराज जी कहते कढ़ने पैणगे। इसनू डंडौत बंधन अनक बार सर्व कला समरथ, डोलन ते राखो प्रभु नानक दे कर हथ। जिस दा मन सीधा हो गया ओदी यात्रा भी सीधी होएगी, किधरे भटकना नहीं पएगा। जिस दा मन नहीं पुठा रहा तो ओदे सारे काम ही पुठे होणगे। ये सानू गुरबाणी विच दस्सिया। आखिरी पंक्ति क्या है? कबीर एक नीव उसारी। नीव का मतलब नी। भगत जी कहते ने इंसान ने एक नींव उसार दी है। इत्थे नी का मतलब है अहंकार। खिन में बिनस जाए अहंकारी। कहते इसने मोह ते अहंकार की ऐसी एक नीव, एक नींह रख के एडा वड्डा इनू कर लिया, इन्नी मजबूत बना ली है, नी पट्टी नहीं जाती। मतलब माया दा मोह ते अहंकार नू छड्डिया नहीं जाता। खिन में बिनस जाए अहंकारी। ते फिर अहंकारी जिहड़ा इंसान है एक पल दे विच बिनस जांदा है, पता नहीं लगता। कबीर धूर सकेल के पुड़ियां बांधी दे, पता ही नहीं लगता कदों एदी देही नू मिट्टी नू पुड़ियां दे विच बंद कर देना। मतलब मिट्टी नू झोले च पा के गुदरी च पा के ते रोड़ देना। खिन में बिनस जाए अहंकारी। खिन दे विच महाराज जी उस नू अर्श तू फर्च ते लिया दिंदा। जिउंदे जीवी अहंकारी नू गुरु साहब बिल्कुल अपना रंग दिखा दिंदा है। सो इस लड़ीवार शब्द की बड़ी प्यारी विचार जो भगत कबीर जी ने पावन पवित्र रचना तो शब्द उच्चारण किया। गुरु साहब मेहर करन, भगत जी मेहर करन। इसका भाव अर्थ ज्ञान सदीवी साडे अंदर वस जाए जी। सो ध्यान देना। आखिरी विचार, ये जिन्ना भी ज्ञान है, जिन्ना भी चंगे कर्म हैं, जिन्नी भी असी अज संगत करते पे हैं, ये साडे इस जन्म के कर्म नहीं, पूर्वली भी कोई गलबात है। बाणी विच बहुत जगह लिखी जिहड़ा ज्ञान असी अज प्राप्त कर ले, जां मैं तुहाडे नाल ज्ञान की कोई सांझ पा रहे हैं, केवल इस जन्म का जां इस समय का केवल ज्ञान नहीं है। जिस दिन परमात्मा इस धरती ते होंद विच आया, बाणी विच लिखिया उस दिन तो ही ये मनुखी आत्मा भी उस दिन तो ही होंद विच है। इस करके जो जो भी चीज़ हो रही है वो इस जन्म की नहीं चल रही, ये बहुत चिरां तो ये चीज़ जिहड़ी है चल रही है ते ये चलती रहेगी। साडे संस्कार, साडे हाव भाव, साडा सुभाव, साडी करनी, साडी कथनी पुराने जिहड़े साडे पूर्वले कर्मा करके भी है। सो इन्नी सेवा प्रवान भुलां चुकां दी खिवां। फतेह बुलाओ जी। वाहिगुरू जी का खालसा, वाहिगुरू जी की फतेह।